चल रहा है कि नवे सिरों जन्म और नवे सिरों जन्म तो तीन चीज़ा निकल के आउंदियां, नवा जन्म, परिवर्तन और धर्मी ठहराए जाना। ये तीन कंडीशनां पार हो जांदियां ते उहनूं कहंदे आ नवे सिरों जन्म। हालेलुया। और विच तीसरी कंडीशन च असीं धर्मी ठहराए जाण दे विषय विच देख रहे हैं। धर्मी ठहराए जाण दा अर्थ और विशेषतावां आपां पहिलां सिੱਖੀਆਂ पिछले हिस्से विच। अज असीं धर्मी ठहराए जाण दे फायदे की सिखांगे। फायदे रोमियो 5 अध्याय ਉਹਦੀ 1 ਤੋਂ 10 ਆਇਆ। रोमियो 5 अध्याय ਉਹਦੀ 1 ਤੋਂ 10 ਆਇਆ। ਸੋ ਜਦੋਂ ਅਸੀਂ ਨੈਚਾ ਨਾਲ ਧਰਮੀ ਠਹਿਰਾਏ ਗਏ ਤਾਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਵਰ ਵੱਲ ਸ਼ਾਂਤੀ ਰੱਖੀਏ। ਜਦੋਂ ਨੇਚਾ ਨਾਲ ਧਰਮੀ ਠਹਿਰਾਏ ਗਏ ਤਾਂ ਆਪਣੇ ਪ੍ਰਭੂ ਯਿਸੂ ਮਸੀਹ परमेश्वर वाल की करिए शांति रखिए, ਜਿਹਦੇ ਰਾਹੀਂ ਵੀ ਅਸੀਂ ਨੇਚਾ ਨਾਲ ਉਸ ਕਿਰਪਾ ਵਿੱਚ ਆਪਣੇ ਜਿਹਦੇ ਉੱਤੇ ਖਲੋਤੇ ਹਾਂ। ਉਸ ਨੇਚਾ ਨਾਲ ਉਸ ਕਿਰਪਾ ਉੱਤੇ ਆਪਣੇ ਆ ਜਿਹਦੇ ਵਿੱਚ ਕੀ ਕਰੇ ਕੀਤੇ ਆ ਖਲੋਤੇ ਆ। ਹਾਂਜੀ। ਅਤੇ ਪਰਮੇਸ਼ਵਰ ਦੇ ਪ੍ਰਤਾਪ ਦੀ ਆਸ ਉੱਤੇ ਅਭਿਮਾਨ ਕਰੀਏ। ਮੇਰਾ ਇਹੋ ਨਹੀਂ ਸਗੋਂ ਵਿਪਤਾ ਵਿੱਚ ਵੀ ਅਭਿਮਾਨ ਕਰੀਏ। ਹਾਂਜੀ। ਕਿਉਂ ਜੋ ਇਹ ਜਾਣਦੇ ਹਾਂ ਭਈ ਵਿਪਤਾ ਧੀਰਜ ਪੈਦਾ ਕਰਦੀ ਹੈ। ਵਿਪਤਾ ਦੇ ਵਿੱਚ ਵੀ ਕੀ ਕਰ ਲਈਏ ਭਲਾ, ਲੋਕੀ ਦਿਲ ਛੱਡ ਜਾਂਦੇ ਆ, ਪਰ ਵਚਨ ਕੀ ਦੱਸਦਾ ਵਿਪਤਾ ਦੇ ਵਿੱਚ ਵੀ ਕੀ ਕਰੀਏ, ਅਭਿਮਾਨ ਕਰੀਏ, ਮਾਣ ਰੱਖੀਏ। ਵੀ ਅਸੀਂ ਕਿਹਦੇ ਵਿੱਚੋਂ ਗੁਜ਼ਰ ਰਹੇ ਆ ਬਈ, ਵਿਪਤਾ ਵਿੱਚੋਂ ਗੁਜ਼ਰ ਰਹੇ। ਜਿੱਦਾਂ ਇੱਕ ਬੱਚਾ ਜਿਹੜਾ ਚੰਗਾ ਪੜ੍ਹਾਈ ਕਰਦਾ ਹੁੰਦਾ ਆ, ਜਦੋਂ ਐਗਜ਼ਾਮ ਹੁੰਦੇ ਉਹਨੂੰ ਬੜੀ ਖੁਸ਼ੀ ਹੁੰਦੀ ਆ। ਉਹਨੂੰ ਖੁਸ਼ੀ ਕਾਹਦੀ ਹੁੰਦੀ ਆ, ਮੈਂ ਤਿਆਰੀ ਕੀਤੀ ਹੋਈ ਆ ਤੇ ਮੈਂ ਹੁਣ ਕੀ ਕਰਨਾ, ਐਗਜ਼ਾਮ ਜੋ ਪਾਸ ਹੋਣਾ ਆ ਤੇ ਅਗਲੀ ਕਲਾਸ ਵਿੱਚ ਜਾਣਾ। ਹਾਲੇਲੂਇਆ। ਇਸ ਲਈ ਜਿਹੜੇ ਪ੍ਰਭੂ ਦੇ ਵਿੱਚ ਆ ਗਏ ਆ ਉਹਨਾਂ ਨੇ ਕੀ ਕਰਨਾ ਹੈ, ਵਿਪਤਾ ਦੇ ਵਿੱਚ ਵੀ ਕੀ ਕਰਨਾ ਆ, ਅਭਿਮਾਨ ਕਰਨਾ ਆ। ਚਾਹੇ ਉਹ ਰੋਗ ਹੋਵੇ, ਚਾਹੇ ਉਹ ਕਾਰੋਬਾਰ ਦੀ ਥੋੜ ਹੋਵੇ, ਚਾਹੇ ਪੈਸਾ ਦੀ ਥੋੜ ਹੋਵੇ, ਕਿਸੇ ਵੀ ਪ੍ਰਕਾਰ ਦੀ ਵਿਪਤਾ ਹੋਵੇ, ਉਹਦੇ ਵਿੱਚ ਕੀ ਕਰਨਾ ਆ, ਮਾਣ ਕਰਨਾ। ਅਤੇ ਧੀਰਜ, ਦ੍ਰਿੜਤਾ ਤੇ ਮਾਣ ਕਿਉਂ ਕਰਨਾ ਬਈ, ਕਿਉਂ ਅਭਿਮਾਨ ਕਰਨਾ ਆ ਦ੍ਰਿੜਤਾ ਤੇ ਵਿਪਤਾ ਤੇ, ਕਿਉਂਕਿ ਵਿਪਤਾ ਕੀ ਪੈਦਾ ਕਰ ਦਿੰਦੀ ਆ, ਵਿਪਤਾ ਵਿੱਚੋਂ ਨਿਕਲਾਂਗੇ ਤੇ ਕੀ ਪੈਦਾ ਹੋ ਜਾਊਗਾ ਬਈ, ਇਹਦਾ ਮਤਲਬ ਆ ਜਿਹੜੀ ਵਿਪਤਾ ਵਿੱਚੋਂ ਨਿਕਲ ਜਾਵਾਂਗੇ ਤੇ ਧੀਰਜ ਪੈਦਾ ਹੋਊਗਾ। ਇਹਦਾ ਮਤਲਬ ਧੀਰਜ ਦੀ ਮਾਂ ਕੌਣ ਹੋਈ, ਆਪਾਂ ਕਹਿੰਦੇ ਸਾਨੂੰ ਧੀਰਜ ਆ ਜਾਏ, ਧੀਰਜ ਆ ਜਾਏ, ਧੀਰਜ ਆ ਜਾਏ। ਪ੍ਰਭੂ ਕਹਿੰਦਾ ਠੀਕ ਆ ਮੈਂ ਮਾਂ ਭੇਜਦਾ ਉਹਨੇ ਤੈਨੂੰ ਜੰਮਣਾ। ਹਾਲੇਲੂਇਆ। ਸੋ ਮਾਂ ਭੇਜ ਦੇਣਾ। ਮਾਂ ਕੌਣ ਆ, ਵਿਪਤਾ। ਅੱਜ ਮਾਮਾ ਵਿਪਤਾ ਹੀ ਆ। ਹਾਲੇਲੂਇਆ, ਹਾਲੇਲੂਇਆ। ਸੋ ਵਿਪਤਾ ਭੇਜ ਦਿੰਦਾ ਪ੍ਰਭੂ। ਕਿਉਂ ਭੇਜਦਾ ਆ, ਤਾਂ ਕਿ ਇਹਦੇ ਵਿੱਚ ਕੀ ਹੋ ਜਾਵੇ, ਧੀਰਜ ਪੈਦਾ ਹੋ। ਤੇਰੀ ਪਹਿਚਾਣ ਧੀਰਜ ਕਿੱਥੋਂ ਹੋਣੀ ਆ, ਵਿਪਤਾ ਚੋਂ ਨਿਕਲ ਕੇ ਦਿਖਾਉਂਗਾ ਤਾਂ ਹੀ ਤੈਨੂੰ ਕੋਈ ਦੂਸਰਾ ਕਹੂਗਾ ਵਾਕਿਆ ਵੀ ਧੀਰਜਵਾਨ ਹੈ। ਡੀ ਤਕੜੀ ਵਿਪਤਾ ਵਿੱਚੋਂ ਨਿਕਲਿਆ, ਇਹਨੇ ਵਿਸ਼ਵਾਸ ਛੱਡਿਆ ਨਹੀਂ। ਹਾਂਜੀ। ਅਤੇ ਧੀਰਜ ਕੀ ਕਰਦਾ ਆ, ਹਾਲੇਲੂਇਆ। ਧੀਰਜ ਕਿਹਨੂੰ ਪੈਦਾ ਕਰ ਦਿੰਦਾ ਆ, ਵਿਪਤਾ ਦੇ। ਧੀਰਜ ਦੀ ਮਾਂ ਕੌਣ ਆ, ਵਿਪਤਾ ਆ। ਹਾਲੇਲੂਇਆ। ਤੇ ਧੀਰਜ ਦੀ ਫਿਰ ਨਾਨੀ ਕੌਣ ਹੋਈ, ਹਾਂਜੀ ਧੀਰਜ ਦੀ ਨਾਨੀ ਕੌਣ ਹੋਈ, ਵਿਪਤਾ। ਵਿਪਤਾ ਤੋਂ ਕੀ ਪੈਦਾ ਹੁੰਦਾ, ਧੀਰਜ। ਤੇ ਧੀਰਜ ਤੋਂ ਕੀ ਪੈਦਾ ਹੋਇਆ, ਦ੍ਰਿੜਤਾ। ਦ੍ਰਿੜਤਾ ਦੀ ਨਾਨੀ ਕੌਣ ਹੋਈ, ਵਿਪਤਾ। ਹਾਲੇਲੂਇਆ, ਹਾਲੇਲੂਇਆ। ਇੱਕ ਵੰਸ਼ ਚੱਲਦਾ ਹੈ, ਪਰਮੇਸ਼ਵਰ ਸਾਡੇ ਚ ਇੱਕ ਵੰਸ਼ ਨੂੰ ਗੁਜ਼ਰ ਦਿੰਦਾ ਆ। ਹਾਲੇਲੂਇਆ। ਇਹ ਗੁਜ਼ਰੂਗਾ ਫੇਰ ਹੀ ਅਸੀਂ ਉਹਦੇ ਲਾਇਕ, ਉਹਦੇ ਸਾਹਮਣੇ ਖੜੇ ਹੋਣ ਦੇ ਯੋਗ ਹੋਵਾਂਗੇ। ਦੁਬਾਰਾ ਆਏ ਸ਼ੁਰੂ ਤੋਂ ਧੀਰੇ। ਨਿਰਾ ਇਹੋ ਹੀ ਨਹੀਂ ਸਗੋਂ ਵਿਪਤਾ ਵਿੱਚ ਵੀ ਅਭਿਮਾਨ ਕਰੀਏ। ਕੱਲੇ ਆਪਣੀਆਂ ਜੋ ਬਰਕਤਾਂ ਮਿਲਦੀਆਂ ਉਹਦੇ ਵਿੱਚ ਨਹੀਂ ਅਭਿਮਾਨ ਕਰਨਾ, ਕਾਹਦੇ ਕਰਨਾ ਆ, ਵਿਪਤਾ ਵਿੱਚ ਵੀ ਅਭਿਮਾਨ ਕਰਨਾ ਆ। ਕਿਉਂ ਜੋ ਇਹ ਜਾਣਦੇ ਹਾਂ ਵਿਪਤਾ ਧੀਰਜ ਪੈਦਾ ਕਰਦੀ ਆ, ਅਤੇ ਧੀਰਜ ਕਿਹਨੂੰ ਪੈਦਾ ਕਰ ਦਿੰਦਾ ਆ, ਦ੍ਰਿੜਤਾ ਨੂੰ। ਜੇ ਅਸੀਂ ਕਹਿੰਦੇ ਵੀ ਅਸੀਂ ਮਜ਼ਬੂਤ ਹੋਣਾ ਚਾਹੁੰਦੇ, ਟਿਕਾਊ ਹੋਣਾ ਚਾਹੁੰਦੇ ਆ, ਤੇ ਫਿਰ ਵਿਪਤਾ ਦੇ ਵਿੱਚੋਂ ਦੀ ਲੰਘਣਾ ਪੈਣਾ ਆ। ਉਹਨੇ ਸਾਨੂੰ ਧੀਰਜੀ ਬਣਾਉਣਾ ਆ। ਤੇ ਜਦੋਂ ਅਸੀਂ ਧੀਰਜੀ ਹੋਵਾਂਗੇ ਤੇ ਧੀਰਜ ਵਿੱਚੋਂ ਕੀ ਨਿਕਲ ਕੇ ਆਉਣਾ ਆ, ਦ੍ਰਿੜਤਾ, ਮਜ਼ਬੂਤੀ। ਹਾਲੇਲੂਇਆ। ਹਾਂਜੀ। ਅਤੇ ਦ੍ਰਿੜਤਾ ਆਸ ਪੈਦਾ ਕਰਦੀ ਹੈ। और दृढ़ता किन्नू पैदा कर दिंदी आ, आस।
ਫਿਰ ਇੱਕ ਆਸ਼ਾ ਸਾਡੇ ਅੰਦਰ ਆ ਜਾਂਦੀ ਆ, ਜਦੋਂ ਸਾਡੇ 'ਚ ਦ੍ਰਿੜਤਾ ਆ ਜਾਂਦੀ ਆ। ਸੋ ਆਸ ਕਿੰਨਵੇਂ ਨੰਬਰ ਤੇ ਆ? ਚੌਥੇ ਨੰਬਰ ਤੇ। ਹਾਲੇਲੂਇਆ। ਜਿਹੜੀ ਚੌਥੇ ਨੰਬਰ ਤੇ ਜਦੋਂ ਏਦਾਂ ਆਸ ਆ ਜਾਂਦੀ ਨਾ, ਜੋ ਆਸ ਕਦੀ ਸ਼ਰਮਿੰਦਾ ਹੋਣ ਦਿੰਦੀ। ਹਾਂ, ਦ੍ਰਿੜਤਾ ਤੋਂ ਆਸ ਪੈਦਾ ਹੁੰਦੀ ਅਤੇ ਆਸ ਸ਼ਰਮਿੰਦਿਆਂ ਨਹੀਂ। ਆਸ ਵਿੱਚ ਜਿਹੜੀ ਆ ਇਹ ਪੈਦਾ ਹੁੰਦੀ ਨਾ, ਜਿਹੜੀ ਏਦਾਂ ਇਸ ਪ੍ਰੋਸੈਸ ਵਿੱਚੋਂ ਗੁਜ਼ਰ ਕੇ ਆਉਂਦੀ ਆ, ਉਹ ਆਸ ਕਦੀ ਸ਼ਰਮਿੰਦਾ ਹੋਣ ਦਿੰਦੀ ਨਹੀਂ। ਇਹਦਾ ਮਤਲਬ ਤੁਸੀਂ ਜਿਹੜੀ ਆਸ ਰੱਖ ਲਈ ਆ ਉਹ 'ਚ ਸ਼ਰਮਿੰਦੇ ਹੋਵੋਗੇ ਨਹੀਂ। ਹਾਂਜੀ, ਇਸ ਲਈ ਜੋ ਪਰਮੇਸ਼ਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ, ਸਾਡਿਆਂ ਹਿਰਦਿਆਂ ਵਿੱਚ ਪਾਇਆ ਹੋਇਆ ਹੈ। ਹਾਂ, ਸਾਡੇ ਹਿਰਦਿਆਂ ਵਿੱਚ ਪਾਇਆ ਹੋਇਆ ਆ। ਹਿੰਦੀ ਚ ਲਿਖਿਆ ਉਡੇਲਿਆ ਹੋਇਆ ਆ, ਜਾਂ ਇੱਕ ਅਨੁਵਾਦ ਚ ਲਿਖਿਆ ਡੋਲਿਆ ਹੋਇਆ ਆ। ਪਵਿੱਤਰ ਆਤਮਾ ਸਾਡੇ ਦਿਲਾਂ ਵਿੱਚ ਕੀ ਕੀਤਾ ਗਿਆ ਆ? ਉਡੇਲਿਆ ਗਿਆ। ਪਵਿੱਤਰ ਆਤਮਾ ਦੇ ਥਰੂ ਪਰਮੇਸ਼ਰ ਦਾ ਪ੍ਰੇਮ ਸਾਡੇ ਜੀਵਨਾਂ ਵਿੱਚ ਡੋਲਿਆ ਗਿਆ। ਹਾਂ, ਜਦੋਂ ਅਸੀਂ ਨਿਰਬਲ ਹੀ ਸਾਂ, ਤਦੋਂ ਮਸੀਹ ਜਿਹੜੇ ਸਿਰਫ ਧਰਮੀਆਂ ਦੇ ਲਈ ਹੋਇਆ। ਇਹ ਗੱਲ ਤਾਂ ਔਖੀ ਹੈ ਜੋ ਧਰਮੀ ਦੇ ਲਈ ਕੋਈ ਮਰੇ, ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਵੀ ਤਿਆਰ ਹੋ ਜਾਵੇ। ਪਰੰਤੂ ਪਰਮੇਸ਼ਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪ੍ਰਗਟ ਕਰਦਾ ਹੈ। ਪਰ ਪਰਮੇਸ਼ਰ ਆਪਣਾ ਪ੍ਰੇਮ ਕਿੱਦਾਂ ਪ੍ਰਗਟ ਕਰਦਾ ਹੈ ਸਾਡੇ ਉੱਤੇ? ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਹੋਇਆ। ਮਸੀਹ ਸਾਡੇ ਲਈ ਕੀ ਹੋਇਆ ਭਲਾ? ਹੋਇਆ। ਇਹਦੇ ਕੋਈ ਚੰਗੇ ਨੇਕ ਇਨਸਾਨ ਲਈ ਕੋਈ ਮਰ ਵੀ ਜਾਵੇ, ਕੋਈ ਹੋ ਜਾਂਦਾ ਕਈ ਵਾਰੀ ਜਜ਼ਬਾਤੀ ਹੋ ਕੇ ਬੰਦਾ ਕਹਿੰਦਾ ਯਾਰ ਇਹ ਨੇਕ ਇਨਸਾਨ ਹੈ, ਇਹਦੇ ਤੇ ਨਹੀਂ ਕੋਈ ਆਂਚ ਹੋਣੀ ਚਾਹੀਦੀ, ਮੈਂ ਇਹਦੀ ਥਾਂ ਤੇ ਮਰ ਜਾਣਾ, ਮਰਦੇ। ਹਾਲੇਲੂਇਆ। ਪਰ ਪਾਪੀ ਲਈ ਪਾਪੀਆਂ ਲਈ ਕੌਣ ਮੋਇਆ ਆ? ਯਿਸੂ ਮਸੀਹ। ਤੇ ਮੋਇਆ ਵੀ ਕੀ ਆ? ਜਦੋਂ ਅਸੀਂ ਪਾਪੀ ਹੀ ਸੀ ਉਦੋਂ ਮੋਇਆ। ਹਾਲੇਲੂਇਆ। ਹਾਂ, ਸੋ ਜਦੋਂ ਅਸੀਂ ਹੁਣ ਉਹਦੇ ਲਹੂ ਨਾਲ ਧਰਮੀ ਠਹਿਰਾਏ ਗਏ, ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹਦੇ ਰਾਹੀਂ ਉਸ ਕ੍ਰੋਧ ਤੋਂ ਬਚ ਜਾਵਾਂਗੇ। ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ਰ ਸੋ ਧਰਮੀ ਠਹਿਰਾਏ ਜਾਂਦੇ ਤੇ ਫਾਇਦੇ ਨੂੰ ਆਪਾਂ ਦੇਖਣ ਲੱਗੇ ਆ। ਜਦੋਂ ਅਸੀਂ ਉਹਦੇ ਲਹੂ ਦੇ ਨਾਲ ਕੀ ਕੀਤੇ ਗਏ ਆ? ਧਰਮੀ ਠਹਿਰਾਏ ਗਏ ਆ। ਸੋ ਧਰਮੀ ਠਹਿਰਾਏ ਜਾਣ ਦੇ ਪ੍ਰੋਸੈਸ ਵਿੱਚ ਕਿਹੜੀ ਚੀਜ਼ ਐਡ ਹੋ ਗਈ ਹੈ ਨਾਲ? ਯਿਸੂ ਮਸੀਹ ਦਾ ਲਹੂ ਹੋ ਗਿਆ। ਹਾਲੇਲੂਇਆ। ਨਵੇਂ ਜਨਮ ਦੁਆਰਾ ਜਦੋਂ ਸਾਨੂੰ ਉਹਨੇ ਉਹ ਦਿਖਾ ਦਿੱਤਾ ਸਾਡੀ ਹਾਲਤ ਤੇ ਪਰਿਵਰਤਨ ਦੇ ਵੇਲੇ ਜਦੋਂ ਮੈਂ ਆਪਣੇ ਪਾਪ ਨੂੰ ਮੰਨਿਆ ਤੇ ਲਹੂ ਵਿੱਚ ਆ ਗਿਆ, ਲਹੂ ਨੇ ਕੀ ਕੀਤਾ? ਸਾਨੂੰ ਧਰਮੀ ਠਹਿਰਾਤਾ। ਤੀਸਰੀ ਕੰਡੀਸ਼ਨ 'ਚ ਸਾਨੂੰ ਕੀ ਕਰਤਾ ਆ? ਕਾਮਯਾਬ ਕਰ ਦਿੱਤਾ। ਹਾਂਜੀ, ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ਰ ਨਾਲ ਉਹਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ, ਤਾਂ ਮਿਲਾਏ ਜਾ ਕੇ ਵੈਰੀ ਹੋ ਕੇ ਅਸੀਂ ਕਿਸੇ ਦੇ ਪਰਮੇਸ਼ਰ ਦੇ ਵੈਰੀ ਸੀ, ਕਿਉਂਕਿ ਉਹ ਕੰਮ ਕਰ ਰਹੇ ਸੀਗੇ ਜਿਹੜੇ ਪਰਮੇਸ਼ਰ ਨੂੰ ਪਸੰਦ ਨਹੀਂ ਸੀ। ਉਹਦੇ ਸ਼ਰੀਕਾਂ ਨੂੰ ਖੜੇ ਕਰਦੇ ਸੀ, ਮੂਰਤੀਆਂ ਦੀ ਪੂਜਾ ਕਰਦੇ ਸੀ, ਗੁਰੂਆਂ ਨੂੰ ਪੂਜਦੇ ਸੀਗੇ, ਮੜੀਆਂ ਨੂੰ ਪੂਜਦੇ ਸੀਗੇ, ਔਰ ਪੀਰਾਂ ਪੈਗੰਬਰਾਂ ਦੇ ਚੱਕਰਾਂ ਵਿੱਚ, ਜਾਦੂਗਰਾਂ ਟੂਣੇ ਬਾਜਾਂ ਦੇ ਚੱਕਰਾਂ ਦੇ ਵਿੱਚ ਪਏ ਹੋਏ ਸੀਗੇ। ਉਲਟ ਪੁਲਟ ਸ੍ਰਿਸ਼ਟੀ ਦੀ ਭਗਤੀ ਦੇ ਵਿੱਚ ਪਏ ਹੋਏ ਸੀਗੇ, ਦੁਸ਼ਮਣੀ ਨਿਭਾ ਰਹੇ ਸੀ। ਪਰ ਇਸ ਦੁਸ਼ਮਣੀ ਦੇ ਦਰਮਿਆਨ ਪਰਮੇਸ਼ਰ ਨੇ ਕੀ ਨਿਭਾਇਆ? ਪ੍ਰੇਮ। ਹਾਲੇਲੂਇਆ। ਹਾਂਜੀ, ਵੈਰੀ ਹੋ ਕੇ ਪਰਮੇਸ਼ਰ ਨਾਲ ਉਹਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ, ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹਦੇ ਜੀਵਨ ਦੇ ਦੁਆਰਾ ਬਚ ਜਾਵਾਂਗੇ। ਉਹਦੇ ਜੀਵਨ ਦੇ ਦੁਆਰਾ ਕੀ ਹੋ ਜਾਵਾਂਗੇ? ਇਹ ਸਾਰੀਆਂ ਫਾਇਦੇ ਦੀ ਇਹ ਐਤਾਂ ਆ। ਇਸ ਐਤ ਨੂੰ ਜਦੋਂ ਪੜੋਗੇ ਤੇ ਧਾਰਮਿਕਤਾ ਦਾ ਜੇ ਇਹਦੇ ਚ ਲੱਗਣਾ ਹੈ, ਧਰਮੀ ਠਹਿਰਾਏ ਜਾਣ ਦਾ ਫਾਇਦਾ ਸਾਨੂੰ ਚੰਗੀ ਤਰ੍ਹਾਂ ਖੋਲ ਕੇ ਸਮਝ ਆਉਣਾ ਹੈ। ਸੋ ਲਿਖ ਲਓ, ਵਿਸ਼ਵਾਸ ਨਾਲ ਧਰਮੀ ਠਹਿਰਾਏ ਜਾਂਦੇ ਹਨ। ਵਿਸ਼ਵਾਸ ਨਾਲ ਧਰਮੀ ਠਹਿਰਾਏ ਜਾਂਦੇ ਹਨ। ਇਸ ਵਿਸ਼ਵਾਸ ਦਾ ਆਰੰਭ ਕਦੋਂ ਹੋਇਆ? ਕੁਐਸਚਨ ਮਾਰਕ। ਵਿਸ਼ਵਾਸ ਨਾਲ ਅਸੀਂ ਕੀ ਠਹਿਰਾਏ ਜਾਂਦੇ ਆ? ਧਰਮੀ ਠਹਿਰਾਏ ਜਾਂਦੇ। ਪਰ ਇਹਦਾ ਆਰੰਭ ਕਦੋਂ ਹੋਇਆ? ਇਸ ਦੀ ਸ਼ੁਰੂਆਤ ਪਰਿਵਰਤਨ ਵੇਲੇ ਹੋਈ। ਧਰਮੀ ਠਹਿਰਾਏ ਜਾਣ ਦੀ ਸ਼ੁਰੂਆਤ ਕਦੋਂ ਹੋਈ ਬਈ? ਪਰਿਵਰਤਨ ਵੇਲੇ। ਜਦੋਂ ਮੈਂ ਆਪਣੇ ਗੁਨਾਹਾਂ ਨੂੰ ਕੀ ਕਰ ਰਿਹਾ ਸੀਗਾ? ਬੜੀ ਇਮਾਨਦਾਰੀ ਦੇ ਨਾਲ ਮੰਨ ਰਿਹਾ ਸੀ। ਇੱਕ ਤਾਂ ਮੈਂ ਆਪਣੇ ਗੁਨਾਹਾਂ ਨੂੰ ਮੰਨ ਰਿਹਾ ਸੀਗਾ, ਇੱਕ ਇਹ ਗੱਲ ਨੂੰ ਮੰਨ ਰਿਹਾ ਸੀ ਤੂੰ ਹੀ ਸੱਚਾ ਪਰਮੇਸ਼ਰ ਹੈ। ਹਾਲੇਲੂਇਆ। ਉਹਦੇ ਦਰਮਿਆਨ ਕੀ ਹੋ ਰਿਹਾ ਸੀ? ਪਰਮੇਸ਼ਰ ਧਰਮੀ ਠਹਿਰਾ ਰਿਹਾ ਸੀ। ਉਦੋਂ ਸ਼ੁਰੂਆਤ ਹੋਈ। ਜਦ ਇਸ ਪਾਪੀ ਨੇ ਵਿਸ਼ਵਾਸ ਦੇ ਨਾਲ ਸਲੀਬ ਵੱਲ ਵੇਖਿਆ, ਕਿਉਂਕਿ ਉਦੋਂ ਅਸੀਂ ਕਿਹਨੂੰ ਦੇਖਦੇ ਹਾਂ? ਜਦੋਂ ਅਸੀਂ ਆਪਣੇ ਪਾਪ ਨੂੰ ਮੰਨਦੇ ਤਾਂ ਕਿਹਨੂੰ ਦੇਖਦੇ ਹਾਂ? ਸਲੀਬ ਤੇ ਟੰਗੇ ਯਿਸੂ ਨੂੰ ਦੇਖਦੇ ਹਾਂ।
जब इस पापी ने विश्वास के नाल सलीब वाल वेख्या, उस विश्वास के कारण परमेश्वर ने उसनूं धर्मी ठहरा दिता। सलीब वाल देखण के कारण परमेश्वर ने की करता? धर्मी ठहरा दिता। विश्वास की है? क्वेश्चन मार्क। विश्वास की है? मैनू बचाउण वाला हुण केवल इक्को ही है। विश्वास किया भाई, मैनू बचाने वाला किया केवल एक ही। हुण मैं ये नहीं कह सकता फलाना देवता भी बचा सकता, देवी भी बचा सकती, गुरु भी बचा सकता, फलाना बचा, मैं तो बड़ी भगती की, वो आप ही रब नूं कहूगा भी ये तो मेरा बड़ा तगड़ा भगत है। इदा कुछ होने वाला नहीं। उत्थे की कहूगा? मैनू बचाने वाला हुण केवल इक्को ही है, उस तो इलावा मेरे बचन का कोई रास्ता है ही नहीं। ਇਹ ਮਨ ਦੇ ਵਿੱਚੋਂ ਇਹ ਵਿਚਾਰ ਉੱਠਣੇ ਸ਼ੁਰੂ ਹੁੰਦੇ ਆ। ਇਹਨਾਂ ਨੂੰ ਉਚਾਰਨ ਵੀ ਕਰਦਾ ਪਰਿਵਰਤਨ ਦੀ ਵੇਲੇ, ਜੇ ਪਰਮੇਸ਼ਰ ਤੂੰ ਜਾਂ ਬਚਾਉਂਦਾ, ਮੈਨੂੰ ਪਤਾ ਲੱਗ ਗਿਆ ਤੂੰ ਮੁਕਤੀ ਦਾ ਨਹੀਂ। ਇਸ ਦੀ ਇਹ ਸੋਚ ਨਹੀਂ ਹੈ, ਬਲਕਿ ਇਸ ਦੇ ਅੰਦਰ ਇਹ ਵਿਸ਼ਵਾਸ ਉੱਠਿਆ। ਪਹਿਲਾਂ ਉਹ ਤੇਰੇ ਵਿਚਾਰ ਹੀ ਨਹੀਂ ਚੱਲ ਰਹੇ, ਕੀ ਹੋ ਰਿਹਾ ਭਲਾ? ਇਹ ਵਿਸ਼ਵਾਸ ਹੋ ਗਿਆ ਉਹਨੂੰ ਕਿ ਉਹੀ ਸੱਚਾ ਪਰਮੇਸ਼ਰ। नंबर 1, धर्मी ठहराए जाने के कारण इसका मेल परमेश्वर नाल हो गया। की फायदा हो गया धर्मी ठहराए जाना? परमेश्वर नाल इसका की हो गया भाई? मेल हो गया। जो कि नवे जन्म या परिवर्तन के कारण नहीं, जो कि नवे जन्म या परिवर्तन के कारण नहीं, परंतु धर्मी ठहराए जाने के कारण। ਜਿਹੜਾ ਮੇਲ ਹੋਇਆ ਨਵੇਂ ਜਨਮ ਕਾਰਨ ਨਹੀਂ ਹੋਇਆ, ਪਰਿਵਰਤਨ ਕਾਰਨ ਨਹੀਂ ਹੋਇਆ, ਕਾਹਦੇ ਕਾਰਨ ਹੋਇਆ? ਧਰਮੀ ਠਹਿਰਾਏ ਜਾਣ ਦੇ ਕਾਰਨ ਹੋਇਆ। ਨਵੇਂ ਜਨਮ ਦੇ ਸਮੇਂ ਮੈਂ ਪਾਪੀ ਹਾਂ। ਜਦੋਂ ਨਵਾਂ ਜਨਮ ਮੇਰਾ ਚੱਲ ਰਿਹਾ ਆ, ਜਿਹੜੀ ਕੰਡੀਸ਼ਨ ਆ ਨਵੇਂ ਸਿਰੋਂ ਪੈਦਾ ਹੋਣ ਦੀ, ਉਹ ਚ ਨਵੇਂ ਸਿਰੇ ਦੇ ਨਵੇਂ ਜਨਮ ਦੇ ਵੇਲੇ ਵੀ ਮੈਂ ਕੀ ਆ? ਪਾਪੀ ਹਾਂ, ਕਿਉਂਕਿ ਉਹ ਮੈਨੂੰ ਦਿਖਾ ਰਿਹਾ ਨਵੇਂ ਜਨਮ जो कंडीशन वापर रही मेरे ते, वो अपनी रोशनी बना के मैनू मेरी हालत दिखा रहा, अजे मेरा पाप कटिया गया नहीं। समझे मेरी गल कोई? हालेलुया। नवे जन्म समय मैं पापी हाँ, अते परिवर्तन समय भी मैं पापी हाँ। जिन्नी देर तक मेरा परिवर्तन पूरी तरह जिदा दा परमेश्वर चाहता है, इहदे चों वो गल्लां निकलन, वो माफी दे इकरार दे शब्द निकलन, जे वो नहीं निकलते ते अजे तक भी मैं परिवर्तन वेले तक भी की हाँ। परिवर्तन का काम क्लीयर होया, परमेश्वर ने धर्मी ठहराया, ते फिर ही मैं क्या होया? परमेश्वर ने मेरा मेल होया। परिवर्तन के समय भी मैं किया भला? अज लोगों को 2 कंडीशन खुदा दे रहा है 90% लोगों को। मान लो 1 लाख लोग है ना, वो 90,000 लोगों को एक कंडीशन दे रहा। इस कंडीशन से कई पे हुए नवा जन्म हो गया है लेकिन पापी है। हालेलुया। परिवर्तन का काम चल रहा है, अजे धर्मी अनाउंस होया। इस गल को ध्यान करना। पर धर्मी ठहराए जाने के कारण हुण इस दे विच कोई गलती नहीं है। जो धर्मी ठहरा दिता तो हुण परमेश्वर ने की करता? किहदी थां ते रखता है? यीशु मसीह दी। तो यीशु मसीह विच कोई भी गलती नहीं है। एक ने क्या? ये सतगुरु यीशु मसीह ने क्या? तू सत देना, मैं गुरु हूं। हालेलुया। यीशु ने जो कोई गुरु कहता है तो गुरु है, वो सतगुरु है। बाकी जो सत पाया गया ने, जेड़े सत नूं लैके यीशु मसीह ने सर्वशक्तिमान परमेश्वर की इच्छा नूं पूरा किया। हालेलुया। इच्छा नूं पूरा करने बड़े भगत निकले, पर जेड़ी इच्छा खुदा दी सी ਉਹਨੂੰ पूरा कर सके नहीं, ना ही ਉਹਨੂੰ समझ सके, ना ही ਉਹਨੂੰ पूरा कर सकते सी, क्योंकि सारे पाप च पैदा हुए। जिन्हें भी गुरु नबी पीर पैगंबर काच पैदा हुए हैं? पाप च। क्योंकि आदम ने पाप किया, ਉਹਦੇ लहू चो सारे निकले, चाहे किन्नियां भी जातां च वंडे गए, पर लहू सारियां च ਉਹਦਾ ही, सुभाव सारियां च ਉਹਦਾ ही है। इसलिए ये पापी इंसान जिन्ना मर्जी सत नूं पा लेंदे तां भी ये दूसरे नूं सच्चाई विच लिया सकदे नहीं। हालेलुया।
ਯਿਸੂ ਮਸੀਹ ਦੇ ਵਿੱਚ ਆਪਣਾ ਪਾਪ ਕੋਈ ਪਾਇਆ ਗਿਆ ਨਹੀਂ। ਸਮਝ ਆਉਂਦੀ ਗੱਲ? ਪਰ ਧਰਮੀ ਠਹਿਰਾਏ ਜਾਣ ਦੇ ਕਾਰਨ ਹੁਣ ਇਸ ਦੇ ਵਿੱਚ ਕੋਈ ਗਲਤੀ ਨਹੀਂ ਹੈ। ਇਹ ਹੈਗਾ ਫਾਇਦਾ। ਧਰਮੀ ਠਹਿਰਾਇਆ ਜਾਣ ਦਾ ਫਾਇਦਾ ਕੀ ਆ? ਜਦੋਂ ਉਹਨੇ ਮੈਨੂੰ ਧਰਮੀ ਕਹਿ ਦਿੱਤਾ ਤਾਂ ਕਹਿੰਦਾ ਪੁੱਤਰ ਹੁਣ ਤੇਰੇ 'ਚ ਕੋਈ ਦੋਸ਼ ਨਹੀਂ। ਹੁਣ ਪੁੱਤਰ ਨੂੰ ਕੀ ਕਰਨਾ ਚਾਹੀਦਾ? ਆਪਣੇ ਧਾਰਮਿਕ ਦਾ ਕੰਮ ਕੀ ਕਰਨਾ ਚਾਹੀਦਾ? ਪੂਰਾ ਕਰਨਾ। ਤੇ ਬੱਚੇ ਕਈ ਵਾਰ ਵਿਗੜ ਵੀ ਜਾਂਦੇ। ਤੇ ਸਾਡੇ ਘਰ 'ਚ ਸਾਡੇ ਬੱਚੇ ਵਿਗੜ ਜਾਂਦੇ ਆ, ਇਦਾਂ ਹੀ ਪਰਮੇਸ਼ਰ ਦੇ ਘਰ 'ਚ ਪਰਮੇਸ਼ਰ ਦੇ ਬੱਚੇ ਵੀ ਕੀ ਹੋ ਜਾਂਦੇ ਆ? ਵਿਗੜ ਜਾਂਦੇ। ਉਹ ਜਿਹੜਾ ਲਕਸ਼ ਪਰਮੇਸ਼ਰ ਉਹਨਾਂ ਸਾਹਮਣੇ ਰੱਖਦਾ ਆ, ਕਈ ਵਾਰ ਉਹਨੂੰ ਵਿੱਚੇ ਛੱਡ ਦਿੰਦੇ, ਜਾਂ ਵਿੱਚੋਂ ਹਟ ਜਾਂਦੇ, ਜਾਂ ਵਿੱਚ ਰੁਕ ਜਾਂਦੇ। ਹਾਲੇਲੂਇਆ। ਇਸ ਨੂੰ ਧਿਆਨ ਕਰਨਾ ਹੈ। ਦੂਸਰੀ ਗੱਲ, ਨੰਬਰ 2, ਪਰਮੇਸ਼ਰ ਦੇ ਨਾਲ ਸੰਬੰਧ ਸਿੱਧਾ ਨਹੀਂ ਹੋਇਆ। ਇਸ ਇਨਸਾਨ ਦਾ ਜਿਹੜਾ ਸੰਬੰਧ ਆ, ਜਿਹੜਾ ਪਾਪ ਚ ਰਹਿੰਦਾ ਸੰਸਾਰ ਵਾਲਾ ਇਨਸਾਨ, ਚਾਹੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਕੋਈ ਵੀ ਹੋਵੇ, ਪਰਮੇਸ਼ਰ ਦੇ ਨਾਲ ਸਿੱਧਾ ਸੰਬੰਧ ਨਹੀਂ ਹੋਇਆ, ਬਲਕਿ ਯਿਸੂ ਮਸੀਹ ਦੇ ਦੁਆਰਾ ਹੋਇਆ। ਪਰਮਾਤਮਾ ਨਾਲ ਇਹਦਾ ਮੇਲ ਕਾਹਦੇ ਦੁਆਰਾ ਹੋਇਆ ਹੈ? ਯਿਸੂ ਮਸੀਹ ਦੇ ਦੁਆਰਾ ਹੋਇਆ। ਕਹੋ ਮੇਰਾ ਮੇਲ ਯਿਸੂ ਮਸੀਹ ਦੇ ਵਸੀਲੇ ਪਰਮੇਸ਼ਰ ਨਾਲ ਹੋਇਆ ਆ। ਹੋਰ ਕੋਈ ਵਸੀਲਾ ਹੈਗਾ? ਮੈਂ ਆਪ ਵੀ ਉਹਦੇ ਨਾਲ ਮੇਲ ਕਰ ਸਕਦਾ? ਮੇਰੇ 'ਚ ਆਪਣੀ ਕੋਈ ਖੂਬੀ ਹੈਗੀ? ਨਹੀਂ। ਯਿਸੂ ਮਸੀਹ ਸਾਡੇ ਲਈ ਪਾਪੀਆਂ ਵਿੱਚ ਗਿਣਿਆ ਗਿਆ। ਯਿਸੂ ਮਸੀਹ ਸਾਡੇ ਲਈ ਕਾਹਦੇ 'ਚ ਗਿਣਿਆ ਗਿਆ? ਪਾਪੀਆਂ ਵਿੱਚ। ਕਿਉਂਕਿ ਜੋਨਾ ਬਪਤਿਸਮਾ ਦਾਤਾ ਕੋਲ ਜਦੋਂ ਕੋਈ ਲੋਕ ਬਪਤਿਸਮਾ ਲੈ ਰਹੇ ਸੀਗੇ, ਯਿਸੂ ਵੀ ਕਿਹੜੀ ਲਾਈਨ 'ਚ ਲੱਗ ਗਿਆ ਸੀਗਾ? ਪਾਪੀ। ਦੁਨਿਆਵੀ ਲੋਕ ਜਿਨ੍ਹਾਂ ਦੀਆਂ ਅੱਖਾਂ ਨਹੀਂ ਖੁੱਲੀਆਂ, ਉਹ ਉਹਨਾਂ ਨੂੰ ਕਿੱਥੇ ਦੇਖ ਰਹੇ ਆ? ਕਿਹੜੀ ਲਾਈਨ 'ਚ ਆ? ਉਹ ਕਾਹਦੇ ਕਾਰਨ ਲੱਗਾ? ਇਸ ਲਈ ਪ੍ਰਭੂ ਯਿਸੂ ਮਸੀਹ ਦੁਆਰਾ ਮੈਂ ਧਰਮੀ ਠਹਿਰਾਇਆ ਗਿਆ। ਮੇਰਾ ਧਰਮੀ ਠਹਿਰਾਇਆ ਜਾਣਾ ਵੀ ਕਿਹਦੇ ਕਾਰਨ ਹੋਇਆ? ਯਿਸੂ ਮਸੀਹ ਦੇ ਦੁਆਰਾ। ਤੀਸਰੀ ਗੱਲ, ਤੇ ਪ੍ਰਾਰਥਨਾ ਕਰਦੇ। ਤੀਸਰੀ ਗੱਲ, ਆਸ ਪੈਦਾ ਹੁੰਦੀ ਹੈ। ਕਿਉਂ? ਆਪਾਂ ਤੇ ਨਾ ਦ੍ਰਿੜਤਾ ਦੇ ਨਾਲ ਕੀ ਹੁੰਦਾ ਆ? ਆਸ ਪੈਦਾ ਹੁੰਦੀ। ਆਸ ਪੈਦਾ ਹੁੰਦੀ ਹੈ ਕਿਉਂ? ਕੁਐਸਚਨ ਮਾਰਕ। ਧਰਮੀ ਠਹਿਰਾਏ ਜਾਣ ਦੇ ਕਾਰਨ, ਕਿਉਂਕਿ ਜੇਕਰ ਧਰਮੀ ਠਹਿਰਾਏ ਨਹੀਂ ਜਾਂਦੇ ਤਾਂ ਕਲੇਸ਼ ਜਾਂ ਕਸ਼ਟ ਆਉਣ ਦੇ ਸਮੇਂ ਸਾਡਾ ਵਿਵੇਕ ਕੀ ਬੋਲਦਾ ਹੈ ਕਿ ਇਹ ਕਸ਼ਟ ਪਿਛਲੇ ਜਨਮ ਦੀ ਸਜ਼ਾ ਦੇ ਕਾਰਨ ਹੈ। ਹਾਲੇਲੂਇਆ। ਨਹੀਂ ਪਤਾ ਲੱਗਾ ਤਾਂ ਸਵਾਲ ਇਹ ਹੁਣ ਤੀਸਰਾ ਕੀ ਸਵਾਲ ਆਇਆ? ਆਸ ਪੈਦਾ ਹੋਈ ਨਾ। ਇੱਕ ਕੁਐਸਚਨ ਮਾਰਕ ਕਰਦਾ ਕਿ ਆਸ ਕਿੱਦਾਂ ਪੈਦਾ ਹੋਈ। ਉਹਦੇ ਲਈ ਆਪਾਂ ਲਿਖ ਰਹੇ ਹਾਂ ਧਰਮੀ ਠਹਿਰਾਏ ਜਾਣ ਦੇ ਕਾਰਨ। ਆਸ ਕਿਉਂ ਪੈਦਾ ਹੋਈ ਹੈ? ਧਰਮੀ ਠਹਿਰਾਏ ਜਾਣ ਦੇ ਕਾਰਨ। ਕਿਉਂਕਿ ਜੇਕਰ ਧਰਮੀ ਠਹਿਰਾਏ ਨਹੀਂ ਜਾਂਦੇ ਤਾਂ ਕਲੇਸ਼ ਜਾਂ ਕਸ਼ਟ ਆਉਣ ਸਮੇਂ, ਜੇਕਰ ਅਸੀਂ ਧਰਮੀ ਨਹੀਂ ਠਹਿਰਾਏ ਜਾਂਦੇ ਨਾ, ਆਸ ਤਾਂ ਪੈਦਾ ਹੋਣੀ ਨਹੀਂ ਸੀ। ਆਸ ਪੈਦਾ ਤਾਂ ਹੋ ਗਿਆ ਕਿ ਧਰਮੀ ਠਹਿਰਾਏ ਗਏ ਆ। ਜੇਕਰ ਧਰਮੀ ਠਹਿਰਾਏ ਨਹੀਂ ਜਾਂਦੇ ਤਾਂ ਕਲੇਸ਼ ਜਾਂ ਕਸ਼ਟ ਆਉਣ ਸਮੇਂ ਸਾਡਾ ਵਿਵੇਕ ਕੀ ਬੋਲਦਾ ਕਿ ਇਹ ਕਸ਼ਟ ਪਿਛਲੇ ਜਨਮ ਦੀ ਸਜ਼ਾ ਦੇ ਕਾਰਨ ਹੈ। ਤੇ ਸਾਡੇ ਵਿਵੇਕ ਨੇ ਕੀ ਬੋਲਣਾ ਸੀਗਾ ਜੇ ਧਰਮੀ ਨਾਲ ਠਹਿਰਾਏ ਜਾਂਦੇ? ਕਿਉਂਕਿ ਵਿਵੇਕ ਲੋਕਾਂ ਦਾ ਕਾਹਦੇ ਨਾਲ ਤੱਕ ਗਿਆ ਹੋਇਆ ਹੈ? ਤੱਤੇ ਲੋਹੇ ਦੇ ਨਾਲ। ਸਾਡੀ ਅੰਤਰਾਤਮਾ ਆ, ਠੀਕ ਹੈ ਨਾ, ਅੰਦਰ ਆਤਮਾ, ਵਿਵੇਕ ਜਾਂ ਜ਼ਮੀਰ, ਉਹ ਸ਼ੈਤਾਨ ਨੇ ਕਾਹਦੇ ਨਾਲ ਦਾਗਿਆ ਹੋਇਆ ਇਹਨੂੰ? ਤੱਤੇ ਸਰੀਰ ਦੇ ਨਾਲ। ਸਮਝੋ ਜਿਹਦਾ ਤੱਤਾ ਸਰੀਰ ਰੱਖਤਾ ਜਾਵੇ, ਇਦਾਂ ਆ। ਔਰ ਇਹਦੇ ਕਾਰਨ ਵੀ ਇਹਦਾ ਫੰਕਸ਼ਨ ਕੀ ਹੋ ਗਿਆ ਹੋਇਆ? ਸੁੰਨ ਹੋ ਗਿਆ ਹੋਇਆ। ਬਹੁਤਿਆਂ ਨੇ ਵਿਵੇਕ ਮੰਨ ਕੇ ਹੋਏ ਆ ਸੁੰਨ ਹੋਏ ਨੇ। ਉਹ ਕਿਰਿਆ ਨਹੀਂ ਕਰ ਰਹੀ ਜਿਹੜੀ ਕਿਰਿਆ ਚਾਹੀਦੀ। ਹਾਲੇਲੂਇਆ। ਇਸ ਲਈ ਵਿਵੇਕ ਕਈ ਵਾਰੀ ਕਈਆਂ ਵਿੱਚੋਂ ਬੋਲਦਾ ਤਾਂ ਹੈਗਾ ਆ, ਆਹ ਸੱਚ ਨਹੀਂ, ਆਹ ਠੀਕ ਨਹੀਂ, ਆਹ ਠੀਕ ਨਹੀਂ, ਇਹ ਤਾਂ ਬੋਲਦਾ ਨਹੀਂ। ਤਾਂ ਕੀ ਠੀਕ ਆ? ਇਹ ਬੋਲਦਾ ਹੀ। ਸਾਡਾ ਜ਼ਮੀਰ ਕਈ ਵਾਰੀ ਕੀ ਕਰਦਾ? ਇਹ ਤਾਂ ਕਹਿ ਦਿੰਦਾ ਆਹ ਠੀਕ ਨਹੀਂ ਵੀ, ਆਹ ਗੱਲ ਠੀਕ ਨਹੀਂ, ਆਹ ਭਗਤੀ ਠੀਕ ਨਹੀਂ, ਆਹ ਕੰਮ ਠੀਕ ਨਹੀਂ।
पर ठीक की आ ये ਉਹਦੇ ਕੋਲ ਬੋਲਿਆ ਜਾਂਦਾ ਕਿਉਂਕਿ ਕੀ ਹੋਇਆ ਸੁਣ ਹੋਇਆ ਥੋੜਾ ਜਿਹਾ ਵਿੱਚ ਮਾੜਾ ਜਿਹਾ ਜਾਣ ਦੀ ਹੈਗੀ ਆ ਕਿ ਜਿਹੜਾ ਇੰਨੀ ਅਗਵਾਈ ਕਰ ਦਿੰਦਾ ਆ ਠੀਕ ਨਹੀਂ। ਫਿਰ ਜਿਨ੍ਹਾਂ ਨੂੰ ਇਹ ਧਰਮੀ ਠਹਿਰਾਏ ਨਹੀਂ ਜਾਂਦੇ, ਜਿਨ੍ਹਾਂ ਦੇ ਵਿੱਚ ਇਹ ਬਦਲਾਅ ਨਹੀਂ ਹੋਇਆ ਹੁੰਦਾ, ਉਹਨਾਂ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਰਹਿੰਦੀ ਆ ਕਿ ਉਹਨਾਂ ਦੇ ਜਿਹੜੇ ਪੰਡਤ ਆ ਗ੍ਰੰਥੀ ਆ ਉਹ ਵੀ ਕੀ ਦੱਸਦੇ ਰਹਿੰਦੇ ਆ ਇਹ ਭਾਈ ਤੇਰੇ ਪਿਛਲੇ ਜਨਮਾਂ ਦਾ ਕੀ ਆ ਪਾਪ ਜਿਹਦੇ ਕਾਰਨ ਤੇਰਾ ਸੂਤ ਆ ਨਹੀਂ ਰਿਹਾ, ਤੇਰੇ ਤੋਂ ਸ਼ਰਾਪ ਹਟਦਾ ਉਹ ਪਾਪ ਹੈ ਇਸ ਜਨਮ ਦਾ ਹੀ ਮੇਰਾ ਨਾਪਿਆ ਤੁਲਿਆ ਨਹੀਂ ਜਾ ਰਿਹਾ ਕਿ ਜੇ ਪਿਛਲੇ ਜਨਮਾਂ ਦਾ ਵੀ ਪਾ ਦਵਾਂਗੇ ਤੇ ਤੂੰ ਕਿੱਥੇ ਜਾਵਾਂਗੇ। ਹਾਲੇਲੂਇਆ। ਪਹਿਲੀ ਗੱਲ ਤਾਂ ਮੇਰਾ ਪਿਛਲਾ ਜਨਮ ਕੋਈ ਹੈਗਾ ਹੀ ਹਾਲੇਲੂਇਆ। ਇਹ ਜਿੰਨੀਆਂ ਵੀ ਜੋਨੀਆਂ ਕਹਿੰਦੇ ਆ 84 ਲੱਖ ਤੇ ਇਹ ਇਹਨਾਂ ਵਿੱਚ ਸਾਡਾ ਕੋਈ ਪ੍ਰੋਗਰਾਮ ਹੈਗਾ ਹੀ ਨਹੀਂ, ਇਹ ਸਿਸਟਮ ਹੈਗਾ ਹੀ ਨਹੀਂ। ਬੱਚੇ ਚ ਲਿਖਿਆ ਇੱਕ ਵਾਰ ਪੈਦਾ ਹੋਣਾ, ਇੱਕ ਵਾਰ ਮਰਨਾ ਤੇ ਇੱਕ ਦਿਨ ਨਿਆਂ ਦਾ। ਕਿੱਦਾਂ ਆ ਇੱਕ ਦਿਨ ਪੈਦਾ ਹੋਣਾ, ਇੱਕ ਦਿਨ ਮਰਨਾ, ਇੱਕ ਦਿਨ ਨਿਆਂ ਹੋਣਾ ਹੈ। ਜੇ ਪਿਛਲੇ ਜਨਮ ਦੇ ਵਿੱਚ ਮੈਂ ਕੁੱਤਾ ਬਿੱਲਾ ਖੋਤਾ ਥੋੜੀ ਸੀ, ਉਹ ਸਾਰੀਆਂ ਜੁਨਾਂ ਨੂੰ ਗਿਣ ਕੇ ਕੀ ਕਹਿੰਦੇ ਆ 84 ਲੱਖ ਜੁਨਾਂ ਬਣਾਉਂਦੇ ਸਾਰੇ। ਹਾਲੇਲੂਇਆ। ਤੇ 84 ਲੱਖ ਜੁਨੀਆਂ ਚ ਇੰਨੀਆਂ ਜੁਨੀਆਂ ਚ ਮੈਂ ਇੰਨੇ ਪਾਪ ਕੀਤੇ, ਕੁੱਤਾ ਬਣ ਕੇ ਕਈਆਂ ਨੂੰ ਵੱਢਿਆ, ਡੰਗਰ ਬਣ ਕੇ ਕਈਆਂ ਦੇ ਖਾ ਗਿਆ ਮੈਂ ਔਰ ਪੱਠੇ ਪੁੱਠੇ ਵੀ, ਤੇ ਉਹਦੇ ਪਾਪ ਤਾਂ ਮੈਂ ਕੁੱਤਾ ਬਣ ਕੇ ਵੀ ਛੱਡਿਆ, ਮੈਨੂੰ ਕੁੱਤੇ ਦੀ ਸਜ਼ਾ ਮਿਲੀ, ਕੁੱਤਾ ਬਣ ਕੇ ਮੈਂ ਸੁਧਰ ਜਾਵਾਂ ਹਨਾ, ਉੱਥੇ ਵੀ ਨਹੀਂ ਸੁਧਰਿਆ, ਗਾਂ ਬਣ ਕੇ ਨਹੀਂ ਸੁਧਰਿਆ, ਖੋਤਾ ਬਣ ਕੇ ਸੁਧਰਿਆ, ਬਾਂਦਰ ਬਣ ਕੇ ਟਪੂਸੀਆਂ ਮਾਰਨ ਹਟਿਆ ਨੇ, ਨੁਕਸਾਨ ਕਰਨ ਹਟਿਆ ਨੇ। ਤੇ ਫਿਰ ਮੈਂ ਜਦੋਂ ਨੁਕਸਾਨ ਕਰਨ ਹਟਿਆ ਨੇ ਮੈਨੂੰ ਬੰਦੇ ਦੀ ਜੂਨ ਕਿੱਦਾਂ ਦੇਤੀ ਦੁਬਾਰਾ ਫੇ ਕਹਿੰਦੀ ਚੱਕਰ ਚੱਲਦਾ ਆਉਂਦਾ ਆ। ਹਾਲੇਲੂਇਆ ਹਾਲੇਲੂਇਆ। ਇਸ ਲਈ ਕੋਈ ਜੂਨ ਹੈਗੀ ਨਹੀਂ। ਸੋ ਕੁੱਤੇ ਵਿੱਚ ਪ੍ਰਮਾਤਮਾ ਇੱਕ ਬੰਦੇ ਨੂੰ ਪਾ ਸਕਦਾ ਨਹੀਂ ਕਿਉਂਕਿ ਬੰਦੇ ਵਿੱਚ ਕੀ ਆ ਆਤਮਾ। ਕੁੱਤਿਆਂ ਬਿੱਲਿਆਂ ਖੋਤਿਆਂ ਜਾਨਵਰਾਂ ਵਿੱਚ ਆਤਮਾ ਹੈਗੀ ਨਹੀਂ, ਉਹਨਾਂ ਵਿੱਚ ਸਰੀਰ ਆ, ਪ੍ਰਾਣ ਆ ਤੇ ਜਾਨ ਆ। ਪਰ ਬੰਦੇ ਵਿੱਚ ਕੀ ਆ ਸਰੀਰ, ਪ੍ਰਾਣ, ਆਤਮਾ, ਜਾਨ। ਹਾਲੇਲੂਇਆ। ਇਹ ਸਾਰੀਆਂ ਚੀਜ਼ਾਂ ਬੰਦੇ ਵਿੱਚ ਪਾਈਆਂ ਜਾਂਦੀਆਂ ਤੇ ਉਹ ਐਵੇਂ ਹਿਸਾਬ ਕਿਤਾਬ ਲਾਉਂਦੇ ਰਹਿੰਦੇ ਆ ਵੀ ਤੂੰ ਪਹਿਲਾਂ ਖੋਤਾ ਸੀ, ਕੁੱਤਾ ਸੀ, ਪਤਾ ਨਹੀਂ ਕਿੰਨੀਆਂ ਦੁਨੀਆਂ, ਹੁਣ ਤੂੰ 84 ਲੱਖ ਦੁਨੀਆਂ ਭੋਜ ਦਿੱਤੀ ਕਿ ਬੰਦਾ ਬਣਿਆ। 84 ਲੱਖ ਦੁਨੀਆਂ ਤਾਂ ਮੇਰਾ ਪਾਪ ਹੀ ਨਹੀਂ ਟੁੱਟਦੇ ਤੇ ਮੈਨੂੰ ਬੰਦਾ ਬਣਨ ਦਾ ਚਾਂਸ ਕਿੱਦਾਂ ਦਾ। 84 ਲੱਖ ਦੁਨੀਆਂ ਤਾਂ ਮੈਨੂੰ ਸਜ਼ਾ ਸੀ ਔਰ ਸਜ਼ਾ ਦੇ ਬਾਵਜੂਦ ਵੀ ਮੈਂ ਜੇਲ੍ਹ 'ਚ ਜਾ ਕੇ ਵੀ ਮੈਂ ਕੀ ਕਰਦਾ ਰਿਹਾ ਕਿ ਜੇਲ੍ਹ ਜਾ ਕੇ ਵੀ ਕੀ ਕਰਦੇ ਭਲਾ, ਉੱਥੇ ਵੀ ਚੌਧਰ ਕਰਦੇ, ਉੱਥੇ ਬੌਸ ਬਣ ਜਾਂਦੇ ਆ, ਉੱਥੇ ਰੋਟੀਆਂ ਖਿਲਾਉਣ ਵਾਲੇ ਉਹਨਾਂ ਤੋਂ ਡਰਦੇ ਆ ਕਿ ਉਹਦੇ ਵੀ ਗੱਲ ਮੰਨੇ ਉਹਨੂੰ ਭੰਨ ਦਿੰਦੇ ਆ। ਹਾਲੇਲੂਇਆ। ਉਹ ਹਾਲਤ ਸਾਡੀ ਹੈ। ਸੋ ਕਹਿਣ ਦਾ ਮਤਲਬ ਹੈ ਇਦਾਂ ਦਾ ਕੋਈ ਸਿਸਟਮ ਨਿਕਾਲ ਲੋਕਾਂ ਦੇ ਮਨਾਂ ਵਿੱਚ ਜਿੱਦਾਂ ਸਾਡੇ ਉਪਦੇਸ਼ ਸਿਖਾਏ ਜਾਂਦੇ ਆ, ਜੋ ਸਾਨੂੰ ਸਿਖਾਇਆ ਜਾਂਦਾ ਉਸ ਹਿਸਾਬ ਨਾਲ ਐਡੀ ਲਾ ਲੂ ਕੇ ਉਹ ਲੋਕੀ ਗੱਲਾਂ ਕਰ ਲੈਂਦੇ। ਕਿ ਬਈ ਮੇਰਾ ਮਨ ਵੀ ਮੈਨੂੰ ਕਹਿਣਾ ਲੱਗਦਾ ਆ ਵੀ ਮੈਂ ਇੱਥੇ ਇਸ ਟਾਈਮ ਤਾਂ ਮੈਂ ਕੋਈ ਇਦਾਂ ਕਿਸੇ ਨਾਲ ਜ਼ਿਆਦਾ ਨਿਆਂ ਨਹੀਂ ਕੀਤਾ, ਲੱਗਦਾ ਮੈਂ ਜਦੋਂ ਖੋਤਾ ਸੀਗਾ ਇਹ ਉਹ ਸਜ਼ਾ ਹੈ। ਹਾਲੇਲੂਇਆ। ਕਿਉਂਕਿ ਵਿਵੇਕ ਵਿਚਾਰਾ ਉਜਵਲ ਨਹੀਂ ਹੋਇਆ ਅੱਜ ਪੈਦਾ ਕੀ ਆ ਆਸ ਪੈਦਾ ਹੋਈ ਹੈ। ਤੀਸਰਾ ਪੈਦਾ ਕੀ ਹੋਇਆ ਭਲਾ ਆਸ ਪੈਦਾ ਹੋਈ ਹੈ। ਤੇ ਆਸ ਜਿਹੜੀ ਪੈਦਾ ਹੋਈ ਆ ਇਹ ਕਿਉਂ ਹੋਈ ਆ ਧਰਮੀ ਠਹਿਰਾਏ ਜਾਣ ਦੇ ਕਾਰਨ ਹੋਈ ਹੈ। ਜੇਕਰ ਧਰਮੀ ਠਹਿਰਾਏ ਨਹੀਂ ਜਾਂਦੇ ਤਾਂ ਕਲੇਸ਼ ਜਾਂ ਕਸ਼ਟ ਆਉਣ ਦੇ ਸਮੇਂ ਸਾਡਾ ਵਿਵੇਕ ਕੀ ਬੋਲਦਾ ਕਿ ਇਹ ਕਸ਼ਟ ਪਿਛਲੇ ਜਨਮ ਦੀ ਸਜ਼ਾ ਦੇ ਕਾਰਨ ਆ। ਹਾਲੇਲੂਇਆ। ਪਰ ਹੁਣ ਸਾਨੂੰ ਕੀ ਆ ਸਾਡਾ ਵਿਵੇਕ ਕਿਦਾਂ ਸਾਨੂੰ ਬੋਲ ਸਕਦਾ ਨਹੀਂ। ਜੇ ਹੁਣ ਸਾਡਾ ਵਿਵੇਕ ਬੋਲੂਗਾ ਤੇ ਇਹ ਬੋਲੂਗਾ ਜਾਂ ਪਰਮੇਸ਼ਰ ਮੈਨੂੰ ਇਸ ਦੁੱਖ ਦੀ ਭੱਠੀ ਚੋਂ ਕੱਢ ਕੇ ਮੈਨੂੰ ਹੋਰ ਨਿਖਾਰਨਾ ਚਾਹੁੰਦਾ ਆ, ਜਾਂ ਕਿਤੇ ਮੇਰੇ ਕੋਲ ਭੁੱਲ ਹੋ ਗਈ ਆ ਤੇ ਉਹਦੀ ਮੈਨੂੰ ਸਜ਼ਾ ਦੇ ਕੇ ਮੈਨੂੰ ਸਿੱਧ ਕਰਨਾ। ਹਾਲੇਲੂਇਆ। ਜਾਂ ਪਰਮੇਸ਼ਰ ਨੇ ਸਾਡੇ ਪਾਪ ਮਾਫ ਨਹੀਂ ਕੀਤੇ। ਕਿੱਦਾਂ ਦੀਆਂ ਗੱਲਾਂ ਉੱਠਣੀਆਂ ਸੀ ਜੇ ਆਸ ਪੈਦਾ ਨਾ ਹੋਈ ਹੁੰਦੀ ਤਾਂ ਇਦਾਂ ਦੀਆਂ ਗੱਲਾਂ ਉੱਠਣੀਆਂ ਸੀ। ਜਾਂ ਪਰਮੇਸ਼ਰ ਨੇ ਸਾਡੇ ਪਾਪ ਨਹੀਂ ਮਾਫ ਕੀਤੇ ਪਰ ਹੁਣ ਜਦ ਕਿ ਮੈਂ ਧਰਮੀ ਠਹਿਰਾਇਆ ਗਿਆ ਹਾਂ, ਪਰ ਹੁਣ ਜਦ ਕਿ ਮੈਂ ਧਰਮੀ ਠਹਿਰਾਇਆ ਗਿਆ ਹਾਂ ਤਾਂ ਕਸ਼ਟ ਆਉਂਦੇ ਸਮੇਂ ਮੇਰਾ ਵਿਵੇਕ ਮੈਨੂੰ ਦੋਸ਼ ਨਹੀਂ ਦਿੰਦਾ। ਹਾਲੇਲੂਇਆ। ਮੈਨੂੰ ਮੇਰਾ ਵਿਵੇਕ ਦੋਸ਼ ਦਿੰਦਾ ਨਹੀਂ, ਬਲਕਿ ਕਹਿੰਦਾ ਹੈ ਇਹ ਪਾਪ ਦੀ ਸਜ਼ਾ ਨਹੀਂ ਪਰ ਪ੍ਰਭੂ ਮੈਨੂੰ ਬਣਾ ਰਿਹਾ ਹੈ।
ਮਨ ਚ ਕਿਦਾਂ ਦੀਆਂ ਹੱਥੀਆਂ ਇਹ ਕੋਈ ਪਾਪ ਦੀ ਸਜ਼ਾ ਨਹੀਂ, ਇਹ ਕੀ ਕਰ ਰਿਹਾ ਪ੍ਰਭੂ ਮੈਨੂੰ ਬਣਾ ਰਿਹਾ, ਆਪਣੇ ਰੂਪ ਤੇ ਬਣਾ ਰਿਹਾ। ਸੋ ਕੰਮ ਕਰਦੇ ਆ। खुदावन तेरी तारीफ धन्यवाद हो आज अच्छे समय लिए तेरा अपने में बैठ के तेरे वचन सीखने का सौभाग्य दिता प्रभु और धर्मी ठहराए जाने के फायदे ਅਸੀਂ देख रहे हैं प्रभु और ਹੋਰ ਵੀ ਫਾਇਦੇ ਹਨ खुदावन ਸਾਰੇ ਸਾਨੂੰ ਚੰਗੀ ਤਰ੍ਹਾਂ ਸਮਝਾ ਦਿਓ ਤਾਂ ਕਿ ਅਸੀਂ ਦਲੇਰੀ ਦੇ ਨਾਲ ਤੇਰੇ ਅੱਗੇ ਚੱਲ ਸਕੀਏ। ਰਹਿਮ ਕਰਨਾ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਆਮੀਨ। ਆਪਣੇ ਆਪਣੇ ਦਿਲਾਂ ਤੇ ਰੱਖੀਏ। ਹੁਣ ਸਾਡੇ ਖੁਦਾ ਦਾ ਫਜ਼ਲ ਬਾਪ ਦੀ ਮੁਹੱਬਤ ਤੇ ਰਾਤ ਮੇਰੇ ਫਾਤਿਹਾ ਹੋਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਕਸਰ ਨਾਲ ਹੁੰਦੀ ਰਹੇ ਆਮੀਨ। खुदावन तेरे लोगों ने जो दिलों से हाथ रखे हैं हथों से तेरा हाथ आवे और हर प्रकार की शांति ना पाए प्रभु यीशु मसीह नाम आमीन।